वाहेगुरु जी का खालसा वाहेगुरु जी की फतेह। वेलकम बैक टू योर यूट्यूब चैनल कबीर अकेडमी। माय नेम इज सिमरनजोत सिंह एंड आई एम टीचिंग यू मैथ्स। ਅੱਜ ਆਪਾਂ ਕਰਨ ਜਾ ਰਹੇ ਹਾਂ ਐਕਸਰਸਾਈਜ਼ 9.1 ਤੋਂ ਬਾਅਦ ਜਸਟ ਐਗਜ਼ਾਮਪਲਸ। ਆਪਣੇ ਕੋਲ ਨਵਾਂ ਟੌਪਿਕ ਹੈ ਪ੍ਰੋਫਿਟ ਐਂਡ ਲਾਸ ਵਾਲਾ। ਆਲਰੇਡੀ ਤੁਹਾਨੂੰ ਪਤਾ ਹੈ ਕਿ ਅਸੀਂ ਕਰ ਰਹੇ ਹਾਂ ਕਲਾਸ 8 ਦੀ ਮੈਥਸ ਦੀ ਬੁੱਕ ਸੋਲਵ। ਬੁੱਕ ਦਾ ਨਾਮ ਹੈ ਮੈਥਸਮੇਟ। ਇਹਨੂੰ ਗੀਤਾ ਵੀਆਰ ਨੇ ਲਿਖਿਆ ਐਂਡ ਪਬਲਿਸ਼ਡ ਬਾਈ ਮਧੂਬਨ ਪਬਲੀਕੇਸ਼ਨਸ। ਸੋ ਕਿਸੇ ਵੀ ਤਰੀਕੇ ਨਾਲ ਸਰਚ ਮਾਰੋਗੇ ਮੇਰੀ ਵੀਡੀਓ ਤੁਹਾਨੂੰ ਈਜ਼ੀਲੀ ਮਿਲ ਜਾਣਗੀਆਂ। ਅੱਜ ਦੀ ਵੀਡੀਓ ਅਸੀਂ ਸਟਾਰਟ ਕਰਨ ਲੱਗੇ ਹਾਂ। ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਕਰੀਨਸ਼ਾਟਸ ਸ਼ੇਅਰ ਕਰ ਦੇਣਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਆਪਾਂ ਟੌਪਿਕ ਦੇ ਵਿੱਚ ਅੱਜ ਕੀ ਪੜ੍ਹਨਾ ਹੈ। ਸੋ ਲੈਟਸ ਸ਼ੇਅਰ ਦਾ ਸਕਰੀਨਸ਼ਾਟਸ। होपफुली ਤੁਸੀਂ ਸਕਰੀਨਸ਼ਾਟ ਦੇਖ ਲਏ ਹੋਣਗੇ। तो नाउ लेट्स स्टार्ट विद टुडेस टॉपिक। वी हैव टू डू द प्रॉफिट एंड लॉस ਜਿਹੜਾ ਕਿ ਆਪਾਂ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਵੀ ਕਰਦੇ ਹਾਂ ਤੇ ਆਪਾਂ ਕਿਤੇ ਵੀ ਜਾਂਦੇ ਹਾਂ ਦੁਕਾਨ ਤੇ ਪਹਿਲਾਂ ਦੇਖੀਦਾ ਵੀ ਸਾਨੂੰ ਕਿੰਨਾ ਪ੍ਰੋਫਿਟ ਹੋ ਰਿਹਾ ਕਿੰਨਾ ਲਾਸ ਹੋ ਰਿਹਾ। ਕੋਈ ਚੀਜ਼ ਵੇਚਣ ਲੱਗਦੇ ਆ ਤਾਂ ਇਹ ਬਹੁਤ ਕੰਮ ਆਉਂਦੀ ਹੈ ਚੀਜ਼। ਬਟ ਆਪਾਂ ਕੀ ਹੈ ਮੋਸਟਲੀ ਦੁਕਾਨਦਾਰ ਨੇ ਜਿਹੜੇ ਦੇਸੀ ਮੈਥਸ ਜਿਹੜਾ ਯੂਜ਼ ਕਰਦੇ ਆ ਆਪਾਂ ਇਹਨੂੰ ਮੈਥਮੈਟੀਕਲ ਵੇ ਜਿਹੜਾ ਆ ਪ੍ਰੋਪਰ ਕੀ ਹੈ ਉਹ ਸਿੱਖਾਂਗੇ ਇਹਦੇ ਵਿੱਚ। ਸੋ ਲੈਟਸ ਸਟਾਰਟ ਨਾਓ। ਟੌਪਿਕ ਜਿਹੜਾ ਹੈ ਪ੍ਰੋਫਿਟ ਐਂਡ ਲਾਸ ਉਹਦੇ ਵਿੱਚ ਆਪਣੇ ਕੋਲ ਕੁਝ ਮੇਨ ਚੀਜ਼ਾਂ ਹੁੰਦੀਆਂ ਨੇ। ਕਿਹੜੀ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਉਹ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ। ਠੀਕ ਹੈ, ਟੌਪਿਕ ਦਾ ਨਾਮ ਹੈ ਪ੍ਰੋਫਿਟ ਐਂਡ ਲਾਸ। ਇੱਥੇ ਲਿਖ ਦੇਣਾ। ਪ੍ਰੋਫਿਟ ਨੂੰ ਕੁਝ ਲੋਕ ਗੇਨ ਵੀ ਕਹਿ ਦਿੰਦੇ ਆ, ਇੱਕੋ ਹੀ ਗੱਲ ਆ, ਸੇਮ। ਪ੍ਰੋਫਿਟ ਕਹਿ ਲਓ ਚਾਹੇ ਗੇਨ ਕਹਿ ਲਓ ਇੱਕੋ ਗੱਲ ਹੈ। ਇਹਦੇ ਵਿੱਚ ਸਾਡੇ ਕੋਲ ਕੁਝ ਟਰਮਸ ਨੇ। ਕਾਸਟ ਪ੍ਰਾਈਸ ਸੀਪੀ ਜਿਹਨੂੰ ਆਪਾਂ ਸ਼ਾਰਟ ਫਾਰਮ ਸੀਪੀ ਕਹਿੰਦੇ ਆ। ਠੀਕ ਹੈ, ਕਾਸਟ ਪ੍ਰਾਈਸ ਕੀ ਹੁੰਦੀ ਹੈ? ਜੋ ਤੁਹਾਨੂੰ ਤੁਸੀਂ ਕੋਈ ਚੀਜ਼ ਖਰੀਦੀ ਤੁਹਾਨੂੰ ਕਿੰਨੇ ਦੀ ਪਈ, ਤੁਸੀਂ ਅੱਗੇ ਬਾਅਦ ਚ ਹਲੇ ਵੇਚਣੀ, ਬਾਅਦ ਵੇਚਣ ਦੀ ਗੱਲ ਬਾਅਦ ਚ, ਤੁਸੀਂ ਕਿੰਨੇ ਦੀ ਲਿਆਂਦੀ। ਸਪੋਜ਼ ਤੁਸੀਂ ਕੋਈ ਚੀਜ਼ ਬਾਏ ਕੀਤੀ 150 ਦੀ, ਠੀਕ ਹੈ, ਉਹਦੇ ਤੇ ਰੇਟ ਜੋ ਮਰਜ਼ੀ ਲਿਖਿਆ ਸੀ 200 ਲਿਖਿਆ ਸੀ 250 ਲਿਖਿਆ ਸੀ, ਪਰ ਤੁਹਾਨੂੰ ਉਹ 150 ਦੀ ਮਿਲੀ। ਤੁਸੀਂ ਉਹਨੂੰ ਕਿੰਨੇ ਦੀ ਖਰੀਦ ਕੇ ਲੈ ਕੇ ਆਏ? 150 ਦੇ ਵਿੱਚ ਲੈ ਕੇ ਆਏ। ਜਦੋਂ ਤੁਸੀਂ ਅੱਗੇ ਵੇਚੋਗੇ ਉਹ ਦੈਟ ਵਿਲ ਬੀ ਯੋਰ ਸੈਲਿੰਗ ਪ੍ਰਾਈਸ। ਵੀ ਅੱਗੇ ਤੁਸੀਂ 180 ਦੀ ਵੇਚ ਰਹੇ ਹੋਗੇ 200 ਦੀ ਵੇਚ ਰਹੇ ਹੋ। ਠੀਕ ਹੈ, ਹਰ ਦੁਕਾਨਦਾਰ ਜਿੰਨੇ ਵੀ ਚੀਜ਼ ਖਰੀਦ ਕੇ ਲਿਆਂਦਾ ਹੈ ਉਹਨੂੰ ਉਹਦੀ ਉਹ ਕਾਸਟ ਪ੍ਰਾਈਸ ਪੈਂਦੀ ਹੈ। ਠੀਕ ਹੈ, ਤੇ ਜਿੰਨੇ ਦੀ ਉਹ ਸੈਲ ਕਰਦਾ ਹੈ ਉਹਨੂੰ ਆਪਾਂ ਕਹਿੰਦੇ ਆ ਸੈਲਿੰਗ ਪ੍ਰਾਈਸ। ਤੇ ਆਬਵੀਅਸਲੀ ਜੇਕਰ ਮੈਂ ਚਾਹੁੰਦਾ ਕਿ ਮੈਨੂੰ ਪ੍ਰੋਫਿਟ ਹੋਵੇ ਤਾਂ ਆਬਵੀਅਸਲੀ ਕਾਸਟ ਪ੍ਰਾਈਸ ਨਾਲੋਂ ਸੈਲਿੰਗ ਪ੍ਰਾਈਸ ਜ਼ਿਆਦਾ ਹੋਣੀ ਚਾਹੀਦੀ ਤਾਂ ਹੀ ਮੈਨੂੰ ਪ੍ਰੋਫਿਟ ਹੋਏਗਾ। ਜੇ ਮੈਂ ਆਪਣੀ ਕਾਸਟ ਪ੍ਰਾਈਸ ਤੋਂ ਘੱਟ ਪ੍ਰਾਈਸ ਤੇ ਸੈਲ ਕਰ ਦੇਣਾ ਤਾਂ ਕੀ ਹੋਏਗਾ? ਆਬਵੀਅਸਲੀ ਮੈਂ ਲਾਸ ਤੇ ਜਾਊਂਗਾ, ਹੈ ਨਾ। ਸੋ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਆਪਾਂ ਪ੍ਰੋਫਿਟ ਕਿੱਦਾਂ ਕਰਦੇ ਆ। ਇਫ ਮਾਈ ਸੈਲਿੰਗ ਪ੍ਰਾਈਸ ਇਜ਼ ਮੋਰ ਦੈਨ ਸੀਪੀ, ਠੀਕ ਹੈ, ਐਸਪੀ ਮਾਈਨਸ ਸੀਪੀ ਕਰਾਂਗੇ ਤਾਂ ਸਾਨੂੰ ਪ੍ਰੋਫਿਟ ਹੋਏਗਾ। ਜੇ ਸਾਨੂੰ ਲਾਸ ਹੋ ਰਿਹਾ ਹੈ ਤਾਂ ਦੈਟ ਮੀਨਸ ਸਾਡੀ ਕਾਸਟ ਪ੍ਰਾਈਸ ਜ਼ਿਆਦਾ ਹੈ ਤੇ ਸੈਲਿੰਗ ਪ੍ਰਾਈਸ ਘੱਟ ਹੈ। ਕਿੰਨੇ ਦਾ ਲਾਸ ਹੋ ਰਿਹਾ ਆਪਾਂ ਕਿੱਦਾਂ ਕੱਢਾਂਗੇ? ਸੀਪੀ ਮਾਈਨਸ ਐਸਪੀ ਕਰਕੇ। ਓਕੇ, ਨੈਕਸਟ ਆ ਜਾਂਦਾ ਹੈ ਸਾਡੇ ਕੋਲ ਇਹਦੇ ਵਿੱਚ ਓਵਰਹੈਡ ਚਾਰजेस। ਓਵਰਹੈਡ ਚਾਰजेस ਕੀ ਚੀਜ਼ ਹੁੰਦੀ ਹੈ ਕਿ ਜਿਵੇਂ ਆਪਾਂ ਕੋਈ ਚੀਜ਼ ਮੰਗਾਈ ਕਿਤੋਂ, ਸਪੋਜ਼ ਕੋਈ ਦੁਕਾਨਦਾਰ ਨਾ ਕੋਈ ਚੀਜ਼ ਆਰਡਰ ਕਰਦਾ ਹੈ ਕਿ ਆਹ ਮਾਲ ਭੇਜ ਦਿਓ ਜੀ, ਠੀਕ ਹੈ, ਉਹਨੂੰ ਭਾਵੇਂ ਉਹ ਕਾਸਟ ਜਿਹੜੀ ਹੈ 150 ਦੀ ਪਈ ਹੋਵੇ, ਹੋ ਸਕਦਾ ਹੈ ਉਹਨੂੰ ਉਹ ਚੀਜ਼ ਜਿਹੜੀ ਹੈ ਬਿੱਲ ਦੇ ਵਿੱਚ ਉਹਦੀ ਪ੍ਰਾਈਸ 150 ਰੁਪੀਸ ਲਿਖ ਕੇ ਆਈ ਹੈ, ਬਟ ਉਹ ਆਬਵੀਅਸਲੀ ਅਸੀਂ ਆਪਣਾ ਪ੍ਰੋਫਿਟ ਆਫਟਰ ਐਡਿੰਗ ਦਾ ਟਰੈਵਲ ਚਾਰजेस ਫਿਰ ਦੇਖਦੇ ਹਾਂ। ਜੋ ਵੀ ਉਹਦੇ ਵਿੱਚ ਐਡ ਹੋਣਗੇ ਟਰੈਵਲ ਚਾਰजेस ਉਹਨੂੰ ਆਪਾਂ ਚਾਰजेस ਜਿਹੜੇ ਹੁੰਦੇ ਐਕਸਟਰਾ ਚਾਰजेस ਵੀ ਕਹਿੰਦੇ ਟਰੈਵਲ ਦੇ ਹੋ ਸਕਦੇ ਆ, ਕਿਸੇ ਵੀ ਚੀਜ਼ ਦੇ ਹੋ ਸਕਦੇ ਆ। ਠੀਕ ਹੈ, ਰਾਹ 'ਚ ਹੋ ਸਕਦਾ ਹੈ ਕਿਤੇ ਨਾ ਕਿਤੇ ਟੈਕਸ ਉਹਦਾ ਹੋਵੇ ਕੱਟਿਆ ਗਿਆ ਹੋਵੇ ਜਦੋਂ ਆਪਾਂ ਬਾਰਡਰ ਟੱਪਦੇ ਹਾਂ, ਤਾਂ ਉਹ ਜਿਹੜੇ ਐਕਸਟਰਾ ਚਾਰजेस ਫਾਲਤੂ ਹੁੰਦੇ ਨਾ ਕਾਸਟ ਪ੍ਰਾਈਸ ਤੋਂ ਬਾਅਦ ਸਾਨੂੰ ਪੈਂਦੇ ਨੇ, ਉਹਨਾਂ ਨੂੰ ਐਡ ਕਰਨ ਤੋਂ ਬਾਅਦ ਜੋ ਚਾਰजेस ਬਣਦੇ ਨੇ ਦੈਟ ਆਰ ਕਾਲਡ ਓਵਰਹੈਡ ਚਾਰजेस। ਓਕੇ, any amount spent on an article after purchase such as charges on transport and all that, these are called overhead charges। ਸੋ ਇਹਦਾ ਮਤਲਬ ਕੀ ਹੈ? overhead charges ਜਿਹੜੇ ਨੇ ਜਦੋਂ ਆਪਾਂ ਐਡ ਕਰਦੇ ਹਾਂ ਐਕਸਟਰਾ ਚਾਰਜ ਆਰ ਕਾਲਡ, ਐਕਸਟਰਾ ਚਾਰਜ ਨੂੰ ਹੀ ਓਵਰਹੈਡ ਚਾਰਜ ਕਹਿੰਦੇ ਨੇ। ਮੈਂ ਮਤਲਬ ਕਿ ਇਦਾਂ ਨਹੀਂ ਲਿਖਿਆ 150 ਪਲੱਸ ਐਕਸਟਰਾ ਚਾਰਜ ਇਜ਼ ਇਕੁਅਲ ਟੂ ਓਵਰਹੈਡ ਚਾਰਜ। ਐਕਸਟਰਾ ਚਾਰਜ ਨੂੰ ਹੀ ਓਵਰਹੈਡ ਚਾਰਜ ਕਹਿੰਦੇ ਨੇ। ਸੋ ਦੈਟ ਮੀਨਸ ਜੇਕਰ ਆਪਾਂ ਟੋਟਲ ਪ੍ਰਾਈਸ ਕੱਢਣੀ ਹੋਵੇ ਵੀ ਐਕਚੁਅਲ ਟੋਟਲ ਪ੍ਰਾਈਸ ਕਿੰਨੀ ਪਈ ਸਾਨੂੰ ਕਿਸੇ ਚੀਜ਼ ਦੀ, ਤਾਂ ਆਪਾਂ ਕੀ ਕਰਾਂਗੇ? ਸੀਪੀ ਪਲੱਸ ਓਵਰਹੈਡ ਚਾਰजेस। ਕਾਸਟ ਪ੍ਰਾਈਸ ਜੋ ਸਾਨੂੰ ਪਈ ਉਹਦੇ ਵਿੱਚ ਓਵਰਹੈਡ ਚਾਰजेस ਜਿਵੇਂ ਕਿ ਟਰੈਵਲ ਦਾ ਹੋ ਗਿਆ, ਟੈਕਸ ਹੋ ਗਿਆ ਜਾਂ ਕੁਝ ਵੀ ਹੋ ਗਿਆ, ਐਡ ਕਰਨ ਤੋਂ ਬਾਅਦ ਜੋ ਚਾਰजेस ਬਣਦੇ ਨੇ ਦੈਟ ਵਿਲ ਬੀ ਆ ਟੋਟਲ ਪ੍ਰਾਈਸ
ਜੋ ਸਾਨੂੰ ਉਹਨੇ ਦੀ ਪਏਗੀ ਅਸਲ 'ਚ ਚੀਜ਼ ਓਵਰਹੈਡ ਚਾਰजेस ਐਡ ਕਰਕੇ ਉਹਨੂੰ ਆਪਾਂ ਜਿਹੜੀ ਕਾਸਟ ਪ੍ਰਾਈਸ ਤੋਂ ਆਇਆ ਬਾਅਦ ਵਿੱਚ ਜਿਹੜੀ ਟੋਟਲ ਪ੍ਰਾਈਸ ਬਣੀ ਉਹਨੂੰ ਆਪਾਂ ਸੀਪੀ ਵੀ ਕਹਿ ਸਕਦੇ ਹਾਂ ਬਾਅਦ ਦੇ ਵਿੱਚ, ਕਿਉਂਕਿ ਸਾਨੂੰ ਕਿੰਨੀ ਪਈ ਉਹ ਟੋਟਲ ਪ੍ਰਾਈਸ ਓਵਰਹੈਡ ਚਾਰजेस ਐਡ ਕਰਕੇ ਆਪਾਂ ਕਹਿ ਸਕਦੇ ਹਾਂ। ਅਦਰਵਾਈਜ਼ ਬਿੱਲ ਦੇ ਵਿੱਚ ਲੱਗ ਕੇ ਸੀਪੀ ਕੁਝ ਹੋਰ ਵੀ ਆ ਸਕਦੀ ਹੈ। ਓਕੇ, ਸੋ ਇਹਦੇ ਵਿੱਚ ਕੀ ਹੈ, ਆਪਣੇ ਕੋਲ ਅੱਗੇ ਆ ਜਾਣਾ ਪ੍ਰੋਫਿਟ ਪਰਸੈਂਟ ਐਂਡ ਲਾਸ ਪਰਸੈਂਟ। ਜੇ ਪ੍ਰੋਫਿਟ ਹੋਇਆ ਤਾਂ ਕਿੰਨਾ ਹੋਇਆ, ਜੇ ਲਾਸ ਹੋਇਆ ਤਾਂ ਕਿੰਨਾ ਹੋਇਆ। ਠੀਕ ਹੈ, ਜਦੋਂ ਆਪਣਾ ਸੀਪੀ ਘੱਟ ਹੈ ਤੇ ਐਸਪੀ ਜ਼ਿਆਦਾ ਹੈ, ਆਪਾਂ ਇੱਧਰ ਨੂੰ ਟਰੈਵਲ ਕਰ ਰਹੇ ਹਾਂ। ਇਦਾਂ ਦੀ ਚੀਜ਼ਾਂ ਆਪਾਂ ਪਹਿਲਾਂ ਕੀਤੀਆਂ ਨੇ, ਜਦੋਂ ਆਹ ਅਮਾਊਂਟ ਘੱਟ ਵਾਲੀ ਸੀ, ਜਿਵੇਂ ਆਪਾਂ ਪਹਿਲਾਂ ਕੁਐਸਚਨਸ ਕੀਤੇ ਹੋਏ ਹੈ ਕਿ ਆ 40 ਹੈ ਤੇ ਆ 45 ਹੈ, ਜੇਕਰ ਆਪਾਂ ਇਧਰ ਦਾ ਕੁਐਸਚਨ ਕੀਤਾ ਸੀ ਡਿਫਰੈਂਸ ਬਿਟਵੀਨ them is 5। ਇਦਾਂ ਸੀਪੀ ਮਾਈਨਸ ਐਸਪੀ ਵੀ ਆਪਾਂ ਸੌਰੀ ਐਸਪੀ ਮਾਈਨਸ ਸੀਪੀ ਵੀ ਕਰਦੇ ਹਾਂ ਤਾਂ ਸਾਡੇ ਕੋਲ ਡਿਫਰੈਂਸ ਕੁਛ ਨਾ ਕੁਛ ਆਏਗਾ, ਪ੍ਰੋਫਿਟ ਦਾ ਹੋਏਗਾ ਜੇਕਰ ਪਹਿਲਾਂ ਵਾਲੀ ਅਮਾਉਂਟ ਸੀਪੀ ਘੱਟ ਤੇ ਐਸਪੀ ਜ਼ਿਆਦਾ ਹੈ। ਠੀਕ ਹੈ, ਦੈਨ ਆਪਾਂ ਪਰਸੈਂਟੇਜ ਕਿਦਾਂ ਕਰਦੇ ਹੁੰਦੇ ਸੀਗੇ ਵੀ ਕਿੰਨੀ ਇਨਕਰੀਜ਼ ਜਾਂ ਕਿੰਨੀ ਡਿਕਰੀਜ਼ ਹੋਈ, ਇਦਾਂ ਹੀ ਕਰਦੇ ਸੀ ਨਾ। ਹੁਣ ਇੱਥੇ ਕੀ ਹੋ ਰਿਹਾ, ਇਨਕਰੀਜ਼ ਮਤਲਬ ਪ੍ਰੋਫਿਟ ਹੋ ਰਿਹਾ। ਸੋ ਜਿਹੜੀ ਤੁਸੀਂ ਪਹਿਲਾਂ ਇੱਕ ਫਾਰਮੂਲਾ ਤੁਹਾਨੂੰ ਯਾਦ ਹੋਣਾ, ਇਨਕਰੀਜ਼ ਪਰਸੈਂਟੇਜ ਕਰਦੇ ਸੀ ਜਿਹਦੇ ਵਿੱਚ ਤੁਸੀਂ ਡਿਫਰੈਂਸ ਬਿਟਵੀਨ ਦਾ ਇਨੀਸ਼ੀਅਲ ਵੈਲਿਊ ਐਂਡ ਫਾਈਨਲ ਵੈਲਿਊ ਹੁੰਦੀ ਸੀ ਅਪੋਨ ਇਨੀਸ਼ੀਅਲ ਵੈਲਿਊ ਆਪਾਂ ਕਰਦੇ ਹੁੰਦੇ ਸੀ ਇਨਟੂ 100 ਕਰਦੇ ਸੀ, ਕੁਛ ਇਦਾਂ ਹੁੰਦਾ ਸੀ। ਇਹਦੇ ਵਿੱਚ ਹੁਣ ਕੀ ਹੈ, ਜਿਹੜਾ ਸਾਡਾ ਇਨਕਰੀਜ਼ ਹੈ ਉਹ ਸਾਡਾ ਅਸਲ 'ਚ ਕੀ ਹੈ, ਪ੍ਰੋਫਿਟ ਹੈ, ਪ੍ਰੋਫਿਟ ਪਰਸੈਂਟ ਹੈ। ਡਿਫਰੈਂਸ ਮਤਲਬ ਡਿਫਰੈਂਸ ਕੀ ਹੋਇਆ, ਐਸਪੀ ਮਾਈਨਸ ਸੀਪੀ, ਜੋ ਕਿ ਇੱਥੇ ਕੀ ਹੈ ਸਾਡਾ ਪ੍ਰੋਫਿਟ ਹੈ। ਆਪਾਂ ਕੱਢ ਕੀ ਰਹੇ ਹਾਂ, ਇਨਕਰੀਜ਼ ਪਰਸੈਂਟ ਮਤਲਬ ਪ੍ਰੋਫਿਟ ਪਰਸੈਂਟ ਕੱਢ ਰਹੇ ਹਾਂ। ਡਿਫਰੈਂਸ ਸਾਡਾ ਕੀ ਹੈ ਇਸ ਕੇਸ ਦੇ ਵਿੱਚ, ਉਹ ਹੈ ਦ ਪ੍ਰੋਫਿਟ ਦੈਟ ਵੀ ਆਰ ਗੇਨਿੰਗ। ਐਂਡ ਇਨੀਸ਼ੀਅਲ ਵੈਲਿਊ ਸਾਡੀ ਇੱਥੇ ਕਿੰਨੀ ਹੈ, ਪਹਿਲਾਂ ਵੈਲਿਊ ਕਿੰਨੀ ਸੀ 40, ਜੋ ਕਿ ਕੀ ਹੈ ਸੀਪੀ ਇਨਟੂ 100। ਮਤਲਬ ਫਾਰਮੂਲਾ ਉਹੀ ਹੈ ਜੋ ਤੁਸੀਂ ਹੁਣ ਤੱਕ ਕਰਦੇ ਆ ਰਹੇ ਹੋ, ਬਸ ਇਨਕਰੀਜ਼ ਦੀ ਜਗ੍ਹਾ ਤੇ ਪ੍ਰੋਫਿਟ ਪਰਸੈਂਟ ਫਿੱਟ ਹੋ ਗਿਆ, डिफरेंस की जगह प्रॉफिट फिट हो गया, इनिशियल वैल्यू की जगह सीपी फिट हो गया इनटू 100। ओके, सो ये हो गया साडा प्रॉफिट परसेंट का। इस तरीके नाल जे लॉस परसेंट करना होवे, जिहड़ा कि इहदी जगह ते आपां कह लो कि डिक्रीज परसेंट करना होवे तां भी आपां इक्वल टू डिफरेंस अपॉन इनिशियल वैल्यू इनटू 100 करदे हुंदे हां। ठीक है, सपोज ये जिहड़ा इहदी सैलिंग प्राइस हुंदी ते आ इहदी हुंदी सीपी, ਤਾਂ ਕੀ ਹੋਇਆ, ਸੈਲਿੰਗ ਪ੍ਰਾਈਸ ਜਿਹੜੀ ਹੈ ਉਹ ਸੀਪੀ ਨਾਲੋਂ ਘੱਟ ਹੋ ਗਈ। ਡਿਫਰੈਂਸ ਫਿਰ ਵੀ ਉਨਾ ਹੀ ਰਹੇਗਾ, ਡਿਫਰੈਂਸ ਤੱਕ ਫਰਕ ਨਹੀਂ ਪੈਗਾ, ਡਿਫਰੈਂਸ ਉਨਾ ਹੀ ਰਹੇਗਾ। ਕੀ ਹੋਏਗਾ ਕਿ ਸੈਲਿੰਗ ਪ੍ਰਾਈਸ ਘੱਟ ਹੈ, ਕਾਸਟ ਪ੍ਰਾਈਸ ਜ਼ਿਆਦਾ ਹੈ। ਕੀ ਹੋ ਰਿਹਾ ਹੈ, ਲਾਸ ਹੋ ਰਿਹਾ ਹੈ। ਠੀਕ ਹੈ, ਅਸੀਂ ਜਿੰਨੇ ਦੀ ਖਰੀਦੀ ਸੀ ਚੀਜ਼ ਉਹਦੇ ਨਾਲ ਘੱਟ ਪ੍ਰਾਈਸ ਤੇ ਵੇਚ ਰਹੇ ਹਾਂ, ਤਾਂ ਸਾਨੂੰ ਕੀ ਹੋ ਰਿਹਾ, ਲਾਸ ਹੋ ਰਿਹਾ, ਡਿਕਰੀਜ਼ ਹੋ ਰਹੇ ਹਾਂ ਆਪਾਂ। ਡਿਕਰੀਜ਼ ਪਰਸੈਂਟ ਅਗੇਨ ਡਿਫਰੈਂਸ, ਬਟ ਇੱਥੇ ਹੁਣ ਡਿਫਰੈਂਸ ਦੀ ਜਗ੍ਹਾ ਤੇ ਜਿੱਥੇ ਆਪਾਂ ਪਹਿਲਾਂ ਪ੍ਰੋਫਿਟ ਲਿਖਿਆ ਸੀ ਕਿਉਂਕਿ ਸਾਡਾ ਵਾਧਾ ਹੋ ਰਿਹਾ ਸੀ, ਹੁਣ ਆਪਾਂ ਕੀ ਲਿਖਾਂਗੇ, ਲਾਸ ਹੋ ਰਿਹਾ ਤਾਂ ਇੱਥੇ ਲਾਸ ਲਿਖਾਂਗੇ। ਕੰਪੇਅਰ ਕਿਹਦੇ ਨਾਲ ਕਰ ਰਹੇ ਹਾਂ, कंपेयर करने वाली क्वांटिटी सेम। ठीक है, वो सीपी ही रहेगी इनटू 100। सो दीज आर द टू मेन formulae that we are going to use in the upcoming examples, or we can say the exercise also। okay, so ये चीज़ ਜਿਹੜੀ ਮੈਂ ਤੁਹਾਨੂੰ ਸਮਝਾਈ ਹੈ ਅੱਗੇ ਦੀ ਅੱਗੇ ਸਾਡੇ ਕੰਮ ਆਏਗੀ। ਤੇ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਹੋਰ ਵੀ ਫਾਰਮੂਲਾਏ ਹੁੰਦੇ ਨੇ, ਜਿਵੇਂ ਕਿ ਸੈਲਿੰਗ ਪ੍ਰਾਈਸ ਆਪਾਂ ਕੱਢਣੀ ਹੋਵੇ ਕਿੰਨੇ ਦੇ ਨਾਲ ਆਪਣੀ ਹੋਈ ਹੈ, ਕਿੰਨੇ ਚ ਆਪਾਂ ਨੂੰ प्रॉफिट कितना होया, जो ਤੁਹਾਨੂੰ प्रॉफिट परसेंट पता होवे। ठीक है, पहले इन्हां को नोट कर लो, उस तो बाद फिर ਆਪਾਂ ਅੱਗੇ ਵੀ ਥੋੜੇ ਦੋ ਫਾਰਮੂਲੇ ਹੋਰ ਨੇ ਕਰਦੇ ਹਾਂ, ਇਹ ਨੋਟ ਕਰ ਲਓ। ਸੋ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਰਿਲੇਸ਼ਨ ਬਿਟਵੀਨ ਸੈਲਿੰਗ ਪ੍ਰਾਈਸ ਐਂਡ ਕਾਸਟ ਪ੍ਰਾਈਸ ਇਨ ਟਰਮਸ ਆਫ ਦਾ ਪ੍ਰੋਫਿਟ ਪਰਸੈਂਟ ਐਂਡ ਲਾਸ ਪਰਸੈਂਟ। ਸੋ ਤੁਹਾਨੂੰ ਮੈਂ ਐਗਜ਼ਾਮਪਲ ਦੇ ਥਰੂ ਸਮਝਾਉਂਗਾ, ਜਿਵੇਂ ਕਿ ਤੁਸੀਂ ਇਹ ਪਹਿਲਾਂ ਵੀ ਕੀਤੀਆਂ ਨੇ ਚੀਜ਼ਾਂ, ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਬੜੇ ਆਰਾਮ ਨਾਲ ਆਪਾਂ ਜੇ ਦੇਖੀਏ ਸੋਚੀਏ ਇਹ ਤੁਸੀਂ ਕਰਦੇ ਹੋ डेली लाइफ बहुत यूज़ करते हो, बट कितना यूज़ होंदियां ने, तुसीं फॉर्मूले डायरैक्ट किवें यूज़ करी जाते हो। ठीक है, जिवें सपोज करो तुहाडे कोल कोई आइटम सी दैट इज ऑफ ₹100 मान लो, तो ठीक है तुसीं उहनूं वेचिया 120 रुपीज़ च। ठीक है, ये तो तुसीं जेकर करना होवे प्रॉफिट कितना होया 20 रुपीज़ पता लग रहा भी प्रॉफिट परसेंट भी काटोगे। सपोज मैनूं इहदी सैलिंग प्राइस नहीं पता, पर मैनूं इन्ना पता है कि मैं 20% या 30% मुनाफा लैना। I want to gain या कह लो कि I want to have the profit 30% प्रॉफिट चाहिए मैनू, तो मैं की करांगा, जो मैनू कॉस्ट प्राइस आ मैं इन्ने दी चीज़ खरीदी, तो जो मेरी कॉस्ट प्राइस है ਉਹਦੇ ਵਿੱਚ मैं 30% ਦਾ ਮੁਨਾਫਾ ਲੈਣਾ, 30% ਆਫ ਸੀਪੀ ਐਡ ਕਰਾਂਗਾ, ਇੱਦਾਂ ਹੀ ਹੋਏਗਾ। ਓਕੇ, ਤਾਂ ਦੈਨ ਮੇਰੇ ਕੋਲ ਜੋ ਆਨਸਰ ਆਏਗਾ ਦੈਟ ਵਿਲ ਬੀ ਮਾਈ ਸੈਲਿੰਗ ਪ੍ਰਾइस। ਕਲੀਅਰ, ਸੋ ਮੇਰੀ ਜੋ ਸੀਪੀ ਸੀ 100 ਸੀ ਉਹਦੇ ਵਿੱਚ ਮੈਂ 30% ਪ੍ਰੋਫਿਟ ਐਡ ਕਰਨਾ ਚਾਹਨਾ,
ਕਿ ਮੈਨੂੰ 30% ਪ੍ਰੋਫਿਟ ਹੋਵੇ ਤਾਂ ਮੈਂ ਕੀ ਕਰਾਂਗਾ, ਆਈ ਵਿਲ ਐਡ 100 ਪਲੱਸ 30% ਆਫ 100 ਵਿਦ ਇਟ। ਸੋ ਇਹਨੂੰ ਆਪਾਂ ਪ੍ਰਾਈਸ ਨੂੰ ਹੁਣ ਇੱਥੇ ਛੱਡਦੇ ਹੋਏ 30% ਨੂੰ ਵੀ ਆਪਾਂ ਇੱਥੇ ਛੱਡਦੇ ਹਾਂ। 30% ਕੀ ਹੈ ਸਾਡਾ, ਦੈਟ ਇਜ਼ ਆਰ ਪ੍ਰੋਫਿਟ ਪਰਸੈਂਟ। ਚਲੋ ਵੈਸੇ ਤਾਂ ਮੈਂ ਕਰਕੇ ਦਿਖਾਣਾ, ਆਪਾਂ ਫਿਰ ਕਿੱਦਾਂ ਕਰਦੇ, 100 ਪਲੱਸ 30 ਅਪੋਨ 100 ਇਨਟੂ 100, ਤੇ ਸਾਨੂੰ ਇੱਥੋਂ ਈਜ਼ੀਲੀ ਪਤਾ ਲੱਗ ਜਾਂਦਾ ਕਿ 100 ਪਲੱਸ 30 ਦੈਟ ਮੀਨਸ ਮੈਨੂੰ 130 ਰੁਪੀਸ ਵੇਚਣੀ ਚਾਹੀਦੀ ਹੈ ਚੀਜ਼। ਬਟ ਬਾਈ ਚਾਂਸ ਨਾ ਮੇਰੇ ਕੋਲ ਸੀਪੀ ਹੈ, ਨਾ ਮੇਰੇ ਕੋਲ ਗੇਨ ਪਰਸੈਂਟ ਹੈ। ਸਪੋਜ਼ ਮੇਰੀ ਸੀਪੀ ਹੈ ਜਿਹੜੀ ਉਹ ਮੈਂ ਐਜ਼ ਇਟ ਇਜ਼ ਸੀਪੀ ਹੀ ਲੈਣਾ, ਤੇ ਮੈਂ ਜਿਹੜੀ ਗੇਨ ਪਰਸੈਂਟ ਹੈ ਉਹ ਮੇਰੀ ਜਾਂ ਪ੍ਰੋਫਿਟ ਪਰਸੈਂਟ ਹੈ ਉਹ ਮੈਂ ਪੀ ਲੈ ਲੈਣਾ, ਇਕੱਲਾ ਪ੍ਰੋਫਿਟ ਪਰਸੈਂਟ ਲਿਖ ਲੈਣਾ P%। ਦੈਨ ਮੈਂ ਇੱਥੇ ਫਾਰਮੂਲੇ 'ਚ ਕਿੱਦਾਂ ਕੱਢਾਂਗਾ, ਫਾਰਮੂਲਾ ਕਿਵੇਂ ਬਣੇਗਾ ਸੈਲਿੰਗ ਪ੍ਰਾਈਸ ਦਾ। ਸੈਲਿੰਗ ਪ੍ਰਾਈਸ ਵਿਲ ਬੀ ਇਕੁਅਲ ਟੂ CP ਪਲੱਸ P% ਆਫ CP। ਤੁਸੀਂ ਕੁਝ ਨੋਟ ਕਰੋਗੇ ਦੋਨਾਂ ਦੇ ਵਿੱਚ ਇੱਕ CP ਚੀਜ਼ ਹੈ। ਪਹਿਲਾਂ ਆਪਾਂ ਥੋੜਾ ਜਿਹਾ ਹੋਰ ਕਰ ਲੈਣੇ ਸਿੰਪਲ ਇਹਨੂੰ, CP ਪਲੱਸ ਪਰਸੈਂਟ ਹਟਾਉਣ ਦੇ ਲਈ ਮੈਂ ਕੀ ਕਰਾਂਗਾ P/100 ਤੇ ਆਫ ਹਟਾਉਣ ਦੇ ਲਈ ਇੱਥੇ CP ਲਿਖਾਂਗਾ ਇਨਟੂ CP, ਹੈ ਨਾ। ਤੇ ਉਸ ਤੋਂ ਬਾਅਦ ਕੀ ਹੋਏਗਾ, ਧਿਆਨ ਨਾਲ ਦੇਖੋਗੇ CP ਕਾਮਨ ਹੈ ਦੋਨਾਂ ਟਰਮਸ ਦੇ ਵਿੱਚ। अब मैं ਕਾਮਨ ਕੱਢ ਕੇ ਚਾਹੇ ਲੈਫਟ ਹੈਂਡ ਸਾਈਡ ਦੇਗਾ ਚਾਹੇ ਰਾਈਟ ਹੈਂਡ ਸਾਈਡ ਦੇ, ਤੇ ਜਦੋਂ ਮੈਂ ਕਾਮਨ ਕੱਢਾਂਗਾ ਇੱਥੇ ਜੋ ਮੈਂ CP ਬਾਹਰ ਹੀ ਕੱਢ ਲਿਆ ਤੇ ਇਸ ਜਗ੍ਹਾ ਤੇ ਕੀ ਬਚੇਗਾ 1 ਪਲੱਸ P/100, ਠੀਕ ਹੈ, ਇਨਟੂ ਇਹਦੇ ਵਿੱਚ ਹੁਣ ਬ੍ਰੈਕਟ ਜੋ ਆਪਾਂ ਬਾਹਰ ਕੱਢ ਚੁੱਕੇ ਹਾਂ CP ਬਾਹਰ ਆਏਗਾ ਇਨਟੂ ਲਾਈਕ ਦਿਸ। ਓਕੇ, ਇਹਦੇ ਸਾਡੀ ਇਹ ਕੀ ਹੈ, ਸਾਡੀ ਇਹ ਪ੍ਰੋਫਿਟ ਪਰਸੈਂਟ ਹੈ, ਕਿੰਨੇ ਪਰਸੈਂਟ ਸਾਨੂੰ ਪ੍ਰੋਫਿਟ ਦਿੱਤਾ ਗਿਆ, ਪਰਸੈਂਟ ਹਟਾ ਕੇ ਭਾਵੇਂ ਆਪਾਂ 100 ਨੀਚੇ ਲਿਖ ਲਿਆ, ਬਟ ਇਹਦੇ ਜੋ ਵੀ ਪਰਸੈਂਟ ਵੈਲਿਊ ਦਿੱਤੀ ਹੋਈ ਆਪਾਂ ਡਾਇਰੈਕਟ ਪੁੱਟ ਕਰਨੀ ਹੈ। ਓਕੇ, ਦੈਨ ਹੁਣ ਇਹਨੂੰ ਸੋਲਵ ਕਰਾਂਗੇ, 100 ਤੇ ਮਲਟੀਪਲਾਈ ਹੋਏਗਾ 100 ਪਲੱਸ P% ਅਪਨ 100 ਹੋ ਜਾਏਗਾ। SP ਵਿਲ ਬੀ ਇਕੁਅਲ ਟੂ 100 ਪਲੱਸ ਪ੍ਰੋਫਿਟ ਪਰਸੈਂਟ ਅਪਨ 100 ਇਨਟੂ ਨਾਲ ਕੀ ਹੈ CP। ਸੋ ਇਹੀ ਹੈ ਸਾਡਾ ਫਸਟ ਫਾਰਮੂਲਾ। ਤੁਸੀਂ ਸਕਰੀਨਸ਼ਾਟ ਦੇਖੇ ਹੋਣਗੇ ਤੁਹਾਨੂੰ ਪਤਾ ਲੱਗ ਜਾਏਗਾ, ਜਿਹਨਾਂ ਕੋਲ ਬੁੱਕ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ। ਇਹੀ ਸਾਡਾ ਫਾਰਮੂਲਾ ਬਣਦਾ ਹੈ। 100 ਪਲੱਸ ਪ੍ਰੋਫਿਟ ਪਰਸੈਂਟ ਕਿੰਨੀ ਦਿੱਤੀ ਗਈ ਹੈ, ਪਰਸੈਂਟ ਦੁਬਾਰਾ ਪਾਉਣ ਦੀ ਲੋੜ ਨਹੀਂ ਹੈ, ਜਸਟ ਤੁਸੀਂ ਉਹਦੀ ਵੈਲਿਊ ਲਿਖਣੀ। ਜਿਵੇਂ ਸਾਨੂੰ ਜੇਕਰ ਪ੍ਰੋਫਿਟ ਪਰਸੈਂਟ 30 ਦਿੱਤਾ ਹੋਇਆ 30% ਦਾ ਪਰਸੈਂਟ ਨਹੀਂ ਲਿਖਣਾ, ਆਪਾਂ ਕੱਲੀ 30 ਵੈਲਿਊ ਪੁੱਟ ਕਰਨੀ ਹੈ ਇੱਥੇ, ਕਿਉਂਕਿ ਜੇ ਪਰਸੈਂਟ ਲਿਖਾਂਗੇ ਫਿਰ 30/100 ਫਿਰ ਥੋੜਾ ਕਰਾਂਗੇ, ਠੀਕ ਹੈ। ਫਾਰਮੂਲੇ ਬਾਅਦ ਕਰਾਵਾਂਗੇ ਫਿਰ ਮੈਂ। ਜੇ ਮੈਂ ਇੱਥੋਂ ਹੀ CP ਕੱਢਣੀ ਹੋਵੇ ਤਾਂ CP ਮਲਟੀਪਲ ਜਾਂ ਇਦਾਂ ਹੀ ਰਹੇਗੀ, ਇੱਧਰ 100 ਡਿਵਾਈਡ ਜਾਂ ਉਧਰ SP ਦੇ ਨਾਲ ਮਲਟੀਪਲ ਚ ਆ ਜਾਏਗਾ। ਤੇ ਆਹ ਚੀਜ਼ ਪੂਰੀ ਨਿਊਮਰੇਟਰ ਜਾਂ ਮਲਟੀਪਲ ਜਾਂ ਇਹ ਡਿਵਾਈਡ ਚ ਆ ਜਾਏਗੀ। ਐਂਡ ਦੂਜੀ ਸਾਈਡ ਤੇ ਕੀ ਰਹਿ ਜਾਏਗਾ CP, ਜਿਹਨੂੰ ਮੈਂ ਇੱਧਰ ਵੀ ਲਿਖ ਸਕਦਾ, ਬਾਅਦ ਲਿਖਦੇ हैं। तो देखो ਇਹ दूसरा फॉर्मूला CP वाला बन गया, CP इज इक्वल टू 100 अपॉन 100 प्लस P% इनटू SP। तो ये आ गया CP SP रिलेशन फॉर प्रॉफिट परसेंट एंड ऐसा भी लिख सकते हैं। चाहे ਤੁਸੀਂ ਇੱਕੋ ਹੀ ਯਾਦ ਕਰ ਲਓ, ਉਹਦੇ ਦੀ ਵੈਲਿਊ ਪੁੱਟ ਕਰ ਲਓਗੇ ਤਾਂ ਵੀ ਨਿਕਲ ਆਏਗੀ। ਇਹ ਰਿਲੇਸ਼ਨ ਦੀ ਨਹੀਂ ਵੀ ਯਾਦ ਨਾ ਕੋਈ ਗੱਲ ਨਹੀਂ, ਵੈਸੇ ਇਹਦੇ ਤੋਂ ਹੀ ਬਣਿਆ ਹੈ। ਇਸੇ ਤਰੀਕੇ ਨਾਲ ਲਾਸ ਵੀ ਆਪਾਂ ਕੱਢਾਂਗੇ। ਜੇ ਮੈਨੂੰ ਸੈਲਿੰਗ ਪ੍ਰਾਈਸ ਮੇਰੀ ਕਾਸਟ ਪ੍ਰਾਈਸ ਆ ਸੀ, ਮੈਂ ਉੱਤੇ 10% ਦਾ ਘਾਟਾ ਖਾ ਲਿਆ ਤਾਂ ਮੈਂ ਕੀ ਕਰਾਂਗਾ CP ਚੋਂ ਮਾਈਨਸ ਕਰਾਂਗਾ 10% ਆਫ CP, ਤਾਂ ਇੱਥੇ 10% ਮਾਈਨਸ ਹੋਏਗਾ ਤਾਂ ਮੈਨੂੰ ਪਤਾ ਲੱਗੇਗਾ ਕਿ ਮੈਨੂੰ ਘਾਟਾ ਕਿੰਨਾ ਪਿਆ 10 ਰੁਪਏ ਦਾ, ਤੇ ਆਈ ਵਿਲ ਸੈਲ ਇਟ ਐਟ ਅ ਕਾਸਟ ਆਫ 90 ਰੁਪੀਸ। ਇਹਨੂੰ ਆਪਾਂ ਹੁਣ ਫਾਰਮੂਲੇ 'ਚ ਕਨਵਰਟ ਕਰਨਾ ਹੈ। ਮੈਨੂੰ ਨਾ CP ਪਤਾ ਨਾ ਪ੍ਰੋਫਿਟ ਪਰਸੈਂਟ। ਹੁਣ ਪ੍ਰੋਫਿਟ ਦੀ ਗੱਲ ਛੱਡੋ, ਹੁਣ ਆ ਜਾਂਦਾ ਲਾਸ ਪਰਸੈਂਟ। ਮੈਨੂੰ ਪਤਾ ਹੈ ਕਿ ਮੈਨੂੰ 10% ਦਾ ਲਾਸ ਹੋਏਗਾ, ਤੇ ਮੈਂ ਹੁਣ ਉਹੀ ਇੱਥੇ ਸਪੋਜ਼ ਲਾਸ ਪਰਸੈਂਟ ਮੈਂ L% ਲਿਖ ਦੇਣਾ, ਤੇ ਇੱਥੇ ਉੱਥੇ ਪੁੱਟ ਕਰਨਾ ਜਿੱਥੇ ਜਿੱਥੇ ਮੈਂ ਪਰਸੈਂਟੇਜ ਪੁੱਟ ਕੀਤੀ ਹੈ। SP ਇਜ਼ ਇਕੁਅਲ ਟੂ CP ਮਾਈਨਸ L% ਆਫ CP। ਇਹਨੂੰ ਵੀ ਇਦਾਂ ਸੋਲਵ ਕਰਾਂਗੇ। SP ਇਜ਼ ਇਕੁਅਲ ਟੂ CP माइनस L% अपन लिखेंगे L/100 ऑफ CP ऑफ मतलब मल्टीप्लाई। CP का फिर कॉमन आ जाएगा, बाहरले पास लिख देंगे, अंदर बचेगा 1 माइनस L% अपॉन 100 इनटू CP। तो ये बन जाएगा 100 माइनस लॉस परसेंट अपॉन 100 इनटू CP। ये हो जाएगा जो लॉस होएगा वो फॉर्मूला है, याद रखना है। जो प्रॉफिट हो रहा है तो 100 प्लस प्रॉफिट परसेंट अपॉन 100 होएगा, जो लॉस हो रहा है 100 माइनस लॉस परसेंट, बस बाकी सब सेम।
ਇਦਾਂ ਹੀ ਇਹਦਾ ਦੂਸਰਾ ਫਾਰਮੂਲਾ ਵੀ ਇੱਥੋਂ ਬਣਾ ਸਕਦੇ ਜਿਵੇਂ ਆਪਾਂ ਇਹਦਾ ਬਣਾਇਆ ਸੀ ਨਾ ਇੱਥੋਂ ਆ ਵਾਲਾ, ਇਦਾਂ ਹੀ ਇੱਥੋਂ ਦੀ ਆਪਾਂ ਸੀਪੀ ਵਾਲਾ ਬਣਾ ਸਕਦੇ। ਸੀਪੀ ਇੱਧਰ ਛੱਡ ਦਿਓ 100 ਇੱਧਰ ਮਲਟੀਪਲਾਈ ਹੋ ਜਾਏਗਾ 100 ਮਾਈਨਸ L% नीचे, कोई भी बना सकते हैं आप बड़े इजीली। तो इससे रिलेटेड थोड़ी एग्जांपल्स करांगे, एक दो एग्जांपल्स वैसे बहुत ने। आज की वीडियो ज़्यादा लंबी ना करते हुए आप दो के एग्जांपल्स कर लेने, ठीक है। तो बाकी दी एग्जांपल्स नहीं मतलब नेक्स्ट वीडियोज करवाऊंगा, तो जिन्नी हो सके तुहानू मैं अगे एक्सरसाइज के क्वेश्चन भी करांगा। तो इन्हें नोट डाउन कर लो, ये जरूरी सी। लिए चलते हैं फिर नेक्स्ट एग्जांपल है जी अपने को एग्जांपल 8। मैं दो का एग्जांपल ही करना कि ज़्यादा बड़ी आप वीडियो नहीं बनानी, क्योंकि नेक्स्ट वीडियो के भी फिर अपने काफ़ी एग्जांपल्स हो जानी हैं। एग्जांपल 8 इज प्रखर बायस एन आईपैड फॉर ₹42,000। उन्हें एक आईपैड बाय किया 42,000 ਤੇ ही स्पेंट एन एक्स्ट्रा 1,500 ऑन इट्स कवर। 1500 रुपये ने कवर ते जोड़ देते। हिज फ्रेंड लाइक्ड इट वेरी मच एंड बॉट द आईपैड फ्रॉम प्रखर फॉर ₹50,000। फाइंड प्रखर्स लॉस और गेन परसेंट। उन्हें कितना लॉस या कितना गेन किया। ओके, ਹੁਣ ਇੱਥੇ ਦੇਖੋ ਉਹਨੇ ਪਰਚੇਜ਼ ਕਿੰਨੇ ਦਾ ਕੀਤਾ। परचेज प्राइस ऑफ आईपैड 42,000। उन्हें ऊपर कितने खर्च किए, जो भी एक्स्ट्रा कुछ भी खर्च होंदा है, चाहे ट्रांसपोर्ट है चाहे उन्हें कुछ भी लगाया ਉਹਦੇ ਤੇ, दैट आर कॉल्ड ओवरहेड चार्जेस। ₹1,500 ने होर लगाया सी, तो टोटल कितना पिया ਨੂੰ जो टोटल प्राइस ਉਹਦੀ ਕੀ ਹੋਏਗੀ ਦਾ ਕਾਸਟ ਪ੍ਰਾइस ਉਹਨੂੰ ਕਿੰਨੇ ਦਾ ਪਿਆ ਕਵਰ ਪਾ ਕੇ, ਠੀਕ ਹੈ। that will be 43500 ਤੇ ਉਹਨੇ ਸੈਲ ਕਿੰਨੇ ਦਾ ਕੀਤਾ। ऑब्वियसली पता चल रहा है कि उन्हें गेन किया, कुछ हासिल किया, लॉस नहीं होया। सो इत्थे की आ रहा है, आप गेन कटांगे या कह लो कि प्रॉफिट कितना होया वो कटांगे। SP माइनस CP 50,000 माइनस 43,500। तो 500 और ऐड करेंगे तो दैट बिकम्स 44। 6,500 तो ने गेन किया। अब प्रॉफिट होया तो प्रॉफिट परसेंट निकलेगा ऑब्वियसली, कितने परसेंट उन्हें गेन किया। फॉर्मूला याद होना चाहिए, प्रॉफिट अपॉन हमेशा CP ही होंदा है इनटू 100। कितना प्रॉफिट होया 6,500 का। कॉस्ट प्राइस कितनी सी, कितनी उन्होंने पई सी कवर पा के 43500 इंटू 100। इसमें कटिंग कर देंगे तो साढ़े को नियर अबाउट है 14.94 डिवाइड करके आ रहा है, अप्रॉक्सीमेटली इन्ना आ रहा है। हो सकता है 3 अगे डेसिमल चलते हो, बट अप्रॉक्सीमेट कटिया उन्होंने इन्ने परसेंट उन्हें गेन किया। नहीं अबाउट 15% कह सकते हैं, 15% कह सकते हैं। सो अबाउट 15% उन्हें गेन किया, ठीक है। ये हो सी साडी 8th एग्जांपल। इस तो बाद एक और एग्जांपल है 9th ਤੇ जेकर टाइम बचदा अपना वीडियो ਦੇ ਵਿੱਚ ਤਾਂ ਆਪਾਂ ਇੱਕ ਦੇ एग्जांपल ਹੋਰ ਕਰਾਂਗੇ। 9th एग्जांपल ਵੱਲ ਵਧਦੇ ਹਾਂ, ਇਹਨੂੰ ਨੋਟ ਡਾਊਨ ਕਰ ਲਓ। एग्जांपल 9 ਵੱਲ ਵਧਦੇ ਹਾਂ। एग्जांपल 9 ਕੀ ਹੈ, Ricky bought 2 dozen pencils for ₹20 and sold 20 pencils for ₹24. What was her profit percent? ठीक है। ਹੁਣ ਇਹਨੂੰ ਕੱਢਣਾ ਥੋੜਾ ਜਿਹਾ ਅਲੱਗ ਤਰੀਕੇ ਨਾਲ ਕੱਢਣਾ ਹੁੰਦਾ ਹੈ। 2 ਡਜ਼ਨ cost of 2 dozen pencils कितनी पई ਇਹਨੂੰ 20 रुपीस। 2 dozen pencils ਉਹਨੇ 20 रुपीस ਚ ਲਈਆਂ, ठीक है। that means that is 12 pencils is equals to cost of 12 pencils 12 नहीं sorry 2 dozen 12 into 2 that is 24 pencils। then एक पेंसिल ਉਹਨੂੰ कितनी कॉस्ट दी पई
5/6 रुपीज़ किन्ने दी पई। दैन सेलिंग प्राइस ऑफ वन पेंसिल उन्हें किन्ने दी सेल की, सेल किन्ने दी की, चलो सेलिंग प्राइस ऑफ सन दी हुई है कितनी पेंसिल्स उन्हें सेल की 20 पेंसिल्स। ट्वेंटी फोर दियां तो सेलिंग प्राइस ऑफ वन पेंसिल कितनी हुई 24/20 ए आ जाएगा अपना 6/5 पता लग रहा है इतने 0 पॉइंट समथिंग आएगी इतने 1 पॉइंट समथिंग ऑब्वियसली सेलिंग प्राइस ज़्यादा है ठीक है। तो उन्हें की किया उन्हें प्रॉफिट कमाया सेलिंग प्राइस माइनस कॉस्ट प्राइस मतलब कि 6/5 माइनस 5/6 5 6 are 30 6 6 are 36 minus 25 that will be 11/30 ਦਾ ਉਹਨੇ ਪ੍ਰੋਫਿਟ ਲਿਆ 11/30 ਰੁਪਏ ਦਾ ਪ੍ਰੋਫਿਟ ਹੋਇਆ। तो प्रॉफिट परसेंट की वैल्यू दी है प्रॉफिट अपॉन सीपी इनटू 100 प्रॉफिट कितना है 11/30 ये डिवाइड की है सीपी सीपी कितनी है कॉस्ट प्राइस वन पेंसिल दी आप काट रहे हैं ठीक है। सो वन पेंसिल वाली कॉस्ट प्राइस देवांगे 5/6 इनटू 100 आप की करिए डिनोमिनेटर च करेदा होवे ना रेसिप्रोकल करके नाल मल्टीपल च लिख देना है ना। सो इट विल बी 11/30 इनटू 6/5 हो जाएगा ये 100 का पहले ही मल्टीपल चाहिए ना ओके। सो 6 5 are 30 5 2 are 10 होता है 20 का 100 हो गया 5 4 are 20 सो दैट मींस 44 11 4 ਦਾ 44% ਉਹਨੇ प्रॉफिट ਜਿਹੜਾ ਆ ਲਿਆ ਠੀਕ ਹੈ। तो ये भी बहुत ईजी एग्जाम्पल सी जिमें जिमें तुम सम्स करते जाओगे ना तुहानू पता लग जाएगा कि कितना आप सम्स सॉल्व करने हैं। एक एग्जाम्पल और कर लेने टाइम थोड़ा सा है अपने को 10th एग्जाम्पल इन्हें तुम नोट डाउन कर लो। चलिए फिर नेक्स्ट एग्जाम्पल दैट इज द 10th जयंत बॉट अ ब्लूटूथ हेडफोन एट 4/5 ऑफ इट्स सेलिंग प्राइस मतलब जिन्हें दा सेल किया ਉਹਦੀ 4/5 प्राइस की है दैट इज द कॉस्ट प्राइस ठीक है। What would be his profit percent if he had sold it 3% more than the selling price ठीक है। 4/5 of its selling price उन्हें खरीद दिया and Jayant got 103% of X by selling it by into 3%. So the selling price is also given to us profit भी पता है अपन cost price भी अपन पता है ठीक है। Jayant bought a Bluetooth at a cost so SP कितनी होगी सेलिंग प्राइस मान लेने वी लेट सेलिंग प्राइस वाज x ते ऐसे x दा 4/5 पार्ट उन्हें कॉस्ट प्राइस मतलब बाय कीता सी चलो ठीक है। फर्दर कहंदे सेलिंग प्राइस जिन्नी भी सीगी ਉਹਦੇ ਤੇ ਲਿਖੀ ਜਾ ਜਿੰਨੇ ਦੀ ਵੀ ਕਰਨਾ ਚਾਹੀਦਾ ਸੀ ਉਹਦਾ ਵੀ 3% ਜ਼ਿਆਦਾ ਉਹਨੇ ਕੀਤਾ ਤੇ ਫਿਰ ਉਸ ਹਿਸਾਬ ਨਾਲ ਫਿਰ ਅੱਗੇ ਸੈਲ ਕੀਤਾ ਉਹਨੂੰ ਠੀਕ ਹੈ। तो पहला आप 3% कटांगे ऑफ सेलिंग प्राइस की होगा 3% ऑफ एक्स ठीक है। हुण न्यू सेलिंग प्राइस की होएगी न्यू सेलिंग प्राइस की होएगी पहला वाली नालों भी जो मतलब पहला जिन्ने दी सेल कीती सी ओदे नालों भी 3% होर होने अगे सेल कीता। तो न्यू एसपी will be SP plus 3/100 into x है ना x नाम लिख लो SP की सी अपनी x सी ठीक है। तो नीचे 100 आ जाएगा 100x plus 3x is equal to so the new selling price कितनी है 103x by 100 इन्हें दी उन्हें न्यू सेल की थी न्यू SP इन्हीं है ठीक है। मतलब उन्हें किसी तो सेलिंग जिन्ने का लिया उन्हें इन्हों इन्ने का सेल किया बट उन्हें कॉस्ट कितनी पई सी 4/5 ऑफ द एक्स सेलिंग प्राइस जितनी सी ते उन्हें फिर अगे इफ ही हैड सोल्ड इट कहने जो 3% होर महंगा सेल करदा उन्होंने
ਜਿੰਨੀ ਤੇ x ਸੀਗੀ ਸੈਲਿੰਗ ਪ੍ਰਾਈਸ ਉਹਦੇ ਤੋਂ ਵੀ 3% ਹੋਰ ਅੱਗੇ ਸੈਲ ਕਰਦਾ ਤਾਂ ਉਹਨੂੰ ਕਿੰਨਾ ਪ੍ਰੋਫਿਟ ਹੁੰਦਾ ਪਹਿਲਾਂ ਵਾਲੀ ਸੈਲਿੰਗ ਪ੍ਰਾਈਸ ਨਾਲੋਂ। ਠੀਕ ਹੈ, ਸੋ ਦੈਟ ਮੀਨਸ ਆਪਾਂ ਕਰਨਾ ਕੀ ਹੈ, ਪ੍ਰੋਫਿਟ ਨਿਊ ਐਸਪੀ, ਸੋ ਇੱਥੇ ਸੀਪੀ ਆਏਗਾ, ਸੌਰੀ ਮੈਂ ਥੋੜਾ ਗਲਤ ਲਿਖਤਾ ਹੀ। ਐਸ ਨਿਊ ਐਸਪੀ ਕਿੰਨੀ ਹੈ 103x ਬਾਈ 100 ਤੇ ਸੀਪੀ ਕਿੰਨੀ ਸੀ 4/5 x। ओके, so it will be ਇਹਨੂੰ ਆਪਾਂ ਸੋਲਵ ਕਰ ਲੈਂਦੇ ਹਾਂ, ਇਸੇ ਕਰ ਲੈਂਦੇ ਹਾਂ। I think so it is there. ਸੋ ਇੰਨਾ ਪ੍ਰੋਫਿਟ ਉਹਨੂੰ ਹੁੰਦਾ। ਹੁਣ ਆਪਾਂ ਕਰਨਾ ਪ੍ਰੋਫਿਟ ਪਰਸੈਂਟ, तो प्रॉफिट परसेंट सिद्धा ही अपने को फॉर्मूला है प्रॉफिट कितना 23/100 ਇਹਦੇ ਡਿਵਾਈਡ ਦੇ ਸੀਪੀ ਕਿੰਨਾ ਹੈ 4/5x ठीक है इंटू 100 दोनों का सीधा करेंगे थले वाले में। ये तो कटे जाएगा 100 ना सीधा 100 कटे जाएगा, so 23 into 5 that will be 115। सॉरी नीचे 4 भी है ना, हाँ 115 डिवाइड बाय 4, सो जो हम सॉल्व करांगे इट विल बी 28.75%। मतलब कि जेकर उन्हें एक्स सैलिंग प्राइस एक्स की बजाय 3% होर वाधा करके एक्स मतलब कि सैलिंग प्राइस दे विच ही आप 3% होर वाधा कर कीता, ठीक है 3% होर महंगा बेचा हुंदा जिन्नी सैलिंग करनी सोच रहा वो 100 रुपये सोच रहा 3% होर महंगा सोचा ना, मतलब 103 की बेची होंगी बाई चांस 103%, दैन ਉਹਦੀ न्यू एसपी के अकॉर्डिंगली नवी जी उन्हें सैलिंग प्राइस सोची होंगी 3% होर वाधे वाली ਉਹਦੇ अकॉर्डिंग उन्हें प्रॉफिट कितना होता है 28.75%। ओल्ड एसपी तो नहीं पूछा सी तो आप नहीं कढ़िया, तो डिफरेंस बिटवीन ओल्ड एसपी एंड न्यू एसपी प्रॉफिट कितना होता वो पूछ रहे तो भी आप कर सकते थे। सो इदा आप करने अगे सम्स बाकी दे नैक्सट वीडियो करांगे एग्जाम्पल्स, तो अज की वीडियो आप इतने खत्म करते हैं। अगली वीडियो मिलांगे वो जी बाकी रही एग्जाम्पल्स ने तो कुछ क्वेश्चन मैं कोशिश करूँगा जो एक्सरसाइज नैक्सट है वो भी करवा दें। तो मिलते हैं नैक्सट वीडियो के। अज की वीडियो तुहानूं होपफुली समझ आ गई होगी, तो जिन्नी जे समझ आई है किसी को नैक्सट अगे जरूर किसी को शेयर करो ताकि नैक्सट कोई भी इसका फायदा लै सके। प्रॉफिट एंड लॉस मोस्टली बच्चों को डिफिकल्ट लगता है, जो मैं तुहाडे वास्ते ईजी बना पाया तो किसी होर वास्ते भी बन सकता है, जरूर भेजो अगे। थैंक यू वेरी मच टू ऑल द व्यूअर्स फॉर वाचिंग द वीडियो टिल द एंड। इदां ही मैनूं फॉलो करते रहो तो जिन्ना हो सके शेयर करो मेरी वीडियोस। वाहिगुरू जी का खालसा वाहिगुरू जी की फतेह।